वाहिगुरु साहिब जीओ। पन पन घड़िया घड़ घड़ भजै, टाहे उसारै उसरे टाहै। सर पर सुख है भी पर भुख है, समरथ वे परवाह है। परम भुलाने भये दीवाने, विण भागा क्या पाईऐ। गुरमुख ज्ञान डोरी प्रभ पकड़ी, जिन खिंचै तिन जाईऐ। हर गुण गाए सदा रंग राते, बहुड़ न पछोताईऐ। भबै भालह गुरमुख बूझह, तां निज घर वासा पाईऐ। भबै भौजल मार्ग विखड़ा, आस निराशा तरीऐ। गुर प्रसादी आपो चीनै, जीवत आइब मरीऐ। भबै भौजल मार्ग विखड़ा, आस निराशा तरीऐ। गुर प्रसादी आपो चीनै, जीवत आइब मरीऐ। वाहिगुरु जी का खालसा, वाहिगुरु जी की फतेह। सतगुरु दीन दुनिया दे मालिक सच्चे पातशाह, सर्ब कला समरथ, खंडा ब्रह्मंडा दे मालिक सतगुरु श्री गुरु ग्रंथ साहिब सच्चे पातशाह जी दे चरनां अंदर आप जी बड़े प्यार शरधा सहित शाम दे दीवान अंदर हाजरी भर के जीवन सफल कर रहे हो। गुरु नानक पातशाह जी दे मुखारबिंद तो उचारण की हुई पावन बाणी दखणी ओंकार, जिस अंदर सतगुरु सच्चे पातशाह गुरु नानक देव जी ने एक मंदिर दे पुजारी नाल गलबात करदियां उसनू भटकण तो बचाउण वास्ते, क्योंकि उस दे कोल हज़ारां ही लोग सिक्ख्या लैण लई आउंदे सन ते सतगुरु गुरु नानक साहब जी ने ये जरूरी समझिया कि जिहड़ा व्यक्ति हज़ारां लोकां नाल जुड़िया जे वो सीधे मार्ग ते तुरेगा ते अपने नाल दियां नूं भी रस्ता दिखा सकदा है। इस करके ये बाणी विच जिन्ने भी श्लोक उचारे गए ने ये सारे दे सारे उस एक व्यक्ति नाल संबंधित ने और इन्हां उपदेशां दे राहीं हर एक मनुख अपने जीवन दे रस्ते तब्दील कर सकता है। भुले हुए भटके हुए मार्गां तो जिन्हां ते ये जगत खुआर हुंदा रहिंदा है, सतगुरु वो दरवाज़ा खोलते ने इस बाणी विच जिसनों हजूर ने मोख द्वार किया है। वो दूसरे दरवाजे बंद करते ने जिहड़े दुखां नाल भरे ने और अकाल पुरख दे मार्ग की दस पाउंदे ने। जिवें कि जिस जगत दे अंदर असी निवास करने
ਇੱਥੇ ਜਿੱਦਣ ਦਾ ਅਸੀਂ ਜਨਮ ਲਿਆ ਇਸ ਤੋਂ ਪਹਿਲਾਂ ਸਾਡੇ ਕੋਲ ਇਸ ਜਗਤ ਦੀ ਕੋਈ ਜਾਣਕਾਰੀ ਨਹੀਂ। ਔਰ ਫਿਰ ਇੱਥੇ ਜਨਮ ਲੈਣ ਤੋਂ ਬਾਅਦ ਕੁਝ ਸਾਲ ਤਾਂ ਬਿਲਕੁਲ ਬਚਪਨ ਵਿੱਚ ਗੁਜ਼ਰਦੇ ਨੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ 12 ਬਰਸ ਬਾਲਪਨ ਬੀਤੇ। ਆਮ ਤੌਰ 'ਤੇ ਮਨੁੱਖੀ ਜੀਵਨ ਦੇ ਪਹਿਲੇ 12 ਸਾਲ ਉਹ ਤਾਂ ਬਚਪਨ ਵਿੱਚ ਗੁਜ਼ਰ ਜਾਂਦੇ ਨੇ। 12 ਸਾਲਾਂ ਤੱਕ ਤੇ ਉਹਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੋਂ ਆਇਆ, ਇਹ ਕੀ ਹੈ, ਕਿਹੜਾ ਧਰਮ ਹੈ, ਕਿਹੜੀ ਜਾਤ, ਕਿਹੜੀ ਕੁਲ ਵਿੱਚ। 12 ਬਰਸ ਬਾਲਪਨ ਬੀਤੇ ਤੇ 12 ਤੋਂ ਅੱਗੇ ਜਿਹੜੀ ਉਮਰ ਹੈ 20 ਸਾਲ ਦੀ, 32 ਸਾਲ ਤੱਕ 20 ਬਰਸ ਕਛ ਤਪ ਨਾ ਕੀਓ। ਇਹਨਾਂ ਸਾਲਾਂ ਦੇ ਵਿੱਚ ਜਵਾਨੀ ਦਾ ਸਮਾਂ ਤੇ ਜਵਾਨੀ ਇੱਕ ਤਰ੍ਹਾਂ ਦੀ ਬਚਪਨ ਤੋਂ ਵੀ ਗਹਿਰੀ ਬੇਹੋਸ਼ੀ ਹੈ। ਜਵਾਨੀ ਦਾ ਨਸ਼ਾ, ਜਵਾਨੀ ਦੀ ਨੀਂਦ ਇਸ ਰਾਤ ਦੀ ਨੀਂਦ ਤੋਂ ਵੀ ਗਹਿਰੀ ਹੈ। ਬੜੇ ਘੱਟ ਲੋਕ ਨੇ ਜਿਹੜੇ ਇਸ ਧਨ ਜੋਬਨ ਪ੍ਰਭਤਾ ਕੈ ਮਦ ਮੈਂ ਐ ਨਿਸਰਹਿ ਦੀਵਾਨਾ, ਜਿਹੜੇ ਇਸ 12 ਤੋਂ 32 ਸਾਲ ਦੀ ਉਮਰ ਵਿੱਚ ਅੱਖ ਖੋਲ ਕੇ ਤੁਰਦੇ ਨੇ। ਨਹੀਂ ਤੇ ਆਮ ਤੌਰ 'ਤੇ ਇਸ ਉਮਰ ਵਿੱਚ ਇਹ ਅੱਖਾਂ 'ਤੇ ਬਹੁਤ ਕੰਮ ਕਰਦੀਆਂ ਨੇ। ਇਹ ਅੱਖਾਂ 'ਤੇ ਬੜੀਆਂ ਚੰਚਲ, ਬੜੀਆਂ ਤੇਜ਼ ਤਰਾਰ ਹੁੰਦੀਆਂ ਨੇ। ਪਰ ਇਹ ਜ਼ਿੰਦਗੀ ਦਾ ਨਿਯਮ ਹੈ, ਮਨੁੱਖ ਜਿੰਨਾ ਇਹਨਾਂ ਬਾਹਰਲੀਆਂ ਅੱਖਾਂ ਨਾਲ ਬਹੁਤਾ ਕੰਮ ਲੈਂਦਾ ਹੈ, ਉਸੇ ਪਰਸੈਂਟੇਜ ਵਿੱਚ ਅੰਦਰਲੀ ਧਿਆਨ ਦੀ ਅੱਖ ਬੰਦ ਹੋ ਜਾਂਦੀ, ਅੰਦਰ ਦੀ ਜਾਗ ਖਤਮ ਹੋ ਜਾਂਦੀ ਹੈ ਤੇ ਮਨੁੱਖ ਸੌਂ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ। ਤੇ 32 ਤੋਂ ਅਗਲੇ 30 ਸਾਲ ਯਾਨੀ ਕਿ 62 ਸਾਲ ਤੱਕ ਕਦੀ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਕਦੀ ਅਕਾਲ ਪੁਰਖ ਨੂੰ ਚੇਤੇ ਨਹੀਂ ਕੀਤਾ। ਤੇ 62 ਸਾਲ ਤੋਂ ਅੱਗੇ ਬਸ ਅਗਲੀ ਉਮਰ ਵਿੱਚ ਕੀ ਹੈ? ਕਬੀਰ ਜੀ ਨੇ ਇੱਕ ਸ਼ਬਦ ਵਰਤਿਆ, ਪਛਤਾਵਾ। ਪਛਤਾਵੇ ਤੋਂ ਬਿਨਾਂ ਉਸ ਉਮਰ ਵਿੱਚ ਮਨੁੱਖ ਦੇ ਪੱਲੇ ਕੁਝ ਨਹੀਂ ਰਹਿੰਦਾ, ਕਿਉਂਕਿ ਜੋ ਕੁਝ ਉਹਨੇ ਜਵਾਨੀ ਵਿੱਚ ਖੱਟਣਾ ਕਮਾਉਣਾ ਸੀ ਉਹ ਕਰਕੇ ਵੇਖਿਆ, ਉਹਦੇ ਵਿੱਚੋਂ ਤ੍ਰਿਪਤੀ ਨਸੀਬ ਨਹੀਂ ਹੋਈ। ਉਹਦੇ ਉਲਟ ਜ਼ਿੰਦਗੀ ਦੀ ਸਾਰੀ ਸ਼ਕਤੀ ਛੀਨ ਹੋ ਗਈ, ਖਤਮ ਹੋ ਗਈ। ਮਨੁੱਖ ਜ਼ਿੰਦਗੀ ਆਰੰਭ ਕਰਦਾ ਕਾਹਦੇ ਵਾਸਤੇ? ਜ਼ਿੰਦਗੀ ਦੀ ਆਰੰਭਤਾ ਕਰਦਾ ਜੀਵਨ ਦੀ ਤ੍ਰਿਪਤੀ ਵਾਸਤੇ, ਮੈਂ ਰੱਜ ਜਾਵਾਂ। ਰਾਜਾ ਸ਼ਬਦ ਕਿੱਥੋਂ ਬਣਿਆ? ਰਜੇਵੇਂ ਤੋਂ। ਮਹਾਰਾਜਾ ਕਿੱਥੋਂ ਬਣਿਆ? ਜਿਹਦੇ ਕੋਲ ਬੜੀ ਵੱਡੀ ਤ੍ਰਿਪਤੀ ਹੈ। ਮਨੁੱਖ ਦੀ ਮੰਜ਼ਿਲ, ਇਹਦੀ ਲੋੜ ਹੈ ਸਾਡੀ ਕਿ ਇਸ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ, ਭਾਈ ਗੁਰਦਾਸ ਜੀ ਸਫਲ ਮਨੁੱਖ ਕਿਹਨੂੰ ਕਹਿੰਦੇ ਨੇ? ਉਹ ਮਨੁੱਖ ਸਫਲ ਹੈ ਜਿਹੜਾ ਇਸ ਜਗਤ ਵਿੱਚ ਰਹਿੰਦਿਆਂ ਆਪਣੇ ਸਰੀਰ ਨੂੰ ਰਜਾ ਦੇਵੇ, ਆਪਣੇ ਮਨ ਨੂੰ ਰਜਾ ਦੇਵੇ, ਪੂਰੀ ਤਰ੍ਹਾਂ ਤ੍ਰਿਪਤ ਹੋ ਜਾਏ ਜ਼ਿੰਦਗੀ। ਕਿਉਂਕਿ ਜੇ ਜ਼ਿੰਦਗੀ ਤ੍ਰਿਪਤ ਹੋਣ ਤੋਂ ਪਹਿਲਾਂ ਮੌਤ ਹੋ ਗਈ ਤੇ ਬੜਾ ਭਟਕਣਾ ਪਏਗਾ, ਬਹੁਤ ਵੱਡਾ ਦੁੱਖ ਪੈਦਾ ਹੋਵੇਗਾ। ਇਸ ਸਰੀਰ ਦੇ ਜਾਣ ਤੋਂ ਪਹਿਲਾਂ ਜੇ ਅੱਖਾਂ ਤ੍ਰਿਪਤ ਨਾ ਹੋਈਆਂ ਤੇ ਮੌਤ ਦੁੱਖ ਬਣੇਗੀ। ਇਸ ਸਰੀਰ ਦੇ ਜਾਣ ਤੋਂ ਪਹਿਲਾਂ ਜੇ ਕੰਨ ਸੁਣਨ ਵੱਲੋਂ ਰਜੇ ਨਾ ਤੇ ਇਹ ਜ਼ਿੰਦਗੀ ਦੀ ਅਗਲਾ ਸਫ਼ਰ ਦੁੱਖ ਹੋਵੇਗਾ। ਜੇ ਜਾਣ ਤੋਂ ਪਹਿਲਾਂ ਖਾਣ ਵਾਲੀ ਰਸਨਾ ਤ੍ਰਿਪਤ ਨਾ ਹੋਈ ਤੇ ਮੌਤ ਦੁੱਖ ਦਾ ਕਾਰਨ ਬਣੇਗੀ। ਤੇ ਭਾਈ ਸਾਹਿਬ ਕਹਿੰਦੇ ਨੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ, ਅੱਖਾਂ, ਨਾਸਿਕਾ, ਰਸਨਾ ਤੇ ਕੰਨ, ਇਹਨਾਂ ਦੇ ਰੱਜਣ ਤੋਂ ਬਿਨਾਂ ਮਨੁੱਖ ਸਫਲ ਨਹੀਂ ਹੈ। ਇਹਨਾਂ ਨੂੰ ਸ਼ਾਂਤ ਕਰਨਾ ਹੈ, ਇਹਨਾਂ ਨੂੰ ਰਜਾਉਣਾ ਹੈ, ਤ੍ਰਿਪਤ ਕਰਨਾ ਹੈ। ਹੁਣ ਇਹ ਗੱਲ ਵੱਖਰੀ ਹੈ, ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਉਹੀ ਕਰਦੇ ਨੇ। ਜਿਹੜੀ ਚੀਜ਼ ਅਸੀਂ ਸੰਸਾਰ ਵਿੱਚੋਂ ਲੱਭਦੇ ਹਾਂ ਨਾ, ਉਹ ਵੀ ਤ੍ਰਿਪਤੀ ਹੈ।
ਤੇ ਜਿਹੜੀ ਦਾਤ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਟਾ ਕੱਢਿਆ ਗਿਆ ਜ਼ਿੰਦਗੀ ਦਾ ਹੈ, ਉਹ ਵੀ ਤ੍ਰਿਪਤੀ। ਪਰ ਇਹਦੇ ਵਿੱਚ ਫਰਕ ਬੜਾ ਹੈ। ਸੰਸਾਰ ਦੇ ਅੰਦਰ ਜਿਹੜੀਆਂ ਚੀਜ਼ਾਂ ਅਸੀਂ ਤ੍ਰਿਪਤੀ ਵਾਸਤੇ ਵਰਤਨੇ ਆ, ਉਹ ਇਸ ਤਰ੍ਹਾਂ ਦੀਆਂ ਨੇ ਜਿਵੇਂ ਅੱਗ ਕਿਸੇ ਦੇ ਘਰ ਨੂੰ ਲੱਗੀ ਤੇ ਉਹਨੇ ਲੱਕੜਾਂ ਦੇ ਢੇਰ ਲਿਆ ਕੇ ਉਹਦੇ ਉੱਤੇ ਸਿੱਟਣੇ ਸ਼ੁਰੂ ਕਰ ਦਿੱਤੇ ਵੀ ਅੱਗ ਬੁਝ ਜਾਏਗੀ, ਪਰ ਉਹਨਾਂ ਲੱਕੜਾਂ ਨਾਲ ਅੱਗ ਬੁਝਣ ਦੀ ਬਜਾਏ ਵਧੇਗੀ। ਸਾਡੀ ਜ਼ਿੰਦਗੀ ਦਾ ਨਿਸ਼ਾਨਾ, ਸੰਸਾਰ ਦੇ ਧਨ ਦਾ ਨਿਸ਼ਾਨਾ ਵੀ ਤ੍ਰਿਪਤੀ ਹੈ ਤੇ ਬਾਣੀ ਦਾ ਨਿਸ਼ਾਨਾ ਵੀ ਤ੍ਰਿਪਤੀ ਹੈ। ਵੱਖਰਾ ਨਹੀਂ ਖਿਆਲ ਰੱਖਣਾ, ਕੁਝ ਵੱਖਰਾ ਨਹੀਂ। ਜੋ ਕੁਝ ਇੱਕ ਸੰਸਾਰੀ ਬਾਜ਼ਾਰ ਵਿੱਚੋਂ ਲੱਭ ਰਿਹਾ, ਉਹ ਹੀ ਇੱਕ ਧਾਰਮਿਕ ਨਾਮ ਵਿੱਚੋਂ ਲੱਭ ਰਿਹਾ। ਮੰਜ਼ਿਲ ਦੋਵਾਂ ਦੀ ਇੱਕੋ ਹੈ, ਮੰਜ਼ਿਲ ਵਿੱਚ ਫਰਕ ਹੈ ਹੀ ਨਹੀਂ, ਕਿਉਂਕਿ ਜਿੱਦਣ ਦੇ ਅਸੀਂ ਜਨਮ ਲਿਆ ਅਸੀਂ ਸੁੱਖ ਲੱਭ ਰਹੇ ਹਾਂ, ਸਾਡੀ ਹੋਰ ਕੋਈ ਖੋਜ ਹੀ ਨਹੀਂ। ਕਿਸੇ ਨਾ ਕਿਸੇ ਤਰੀਕੇ ਵਿੱਚ ਭਾਵੇਂ ਕੋਈ ਕਿੱਧਰ ਹੀ ਜਾ ਰਿਹਾ ਹੈ, ਰਸਤਾ ਭਾਵੇਂ ਕੋਈ ਹੈ, ਮੰਜ਼ਿਲ ਸਾਰਿਆਂ ਦੀ ਇੱਕੋ ਹੈ, ਸੁਖੀ ਹੋਣਾ। ਔਰ ਉਸ ਸੁੱਖ ਨੂੰ ਲੱਭਣਾ ਜਿਹਦੇ ਵਿੱਚ ਕਦੀ ਕਮੀ ਨਹੀਂ ਆਉਂਦੀ, ਜਿਹਦੇ ਵਿੱਚ ਕਦੀ ਅਕੇਵਾਂ ਨਹੀਂ ਆਉਂਦਾ, ਜਿਹਦੇ ਵਿੱਚ ਜਿਸ ਸੁੱਖ ਦਾ ਕਦੀ ਖਾਤਮਾ ਨਹੀਂ ਹੁੰਦਾ, ਉਸ ਸੁੱਖ ਦੀ ਖੋਜ ਵਿੱਚ ਸਾਰਾ ਜਗਤ ਤੁਰਿਆ। ਭਾਵੇਂ ਉਹ ਗੁਰਦੁਆਰੇ ਆ ਰਿਹਾ, ਭਾਵੇਂ ਉਹ ਥੀਏਟਰ ਵਿੱਚ, ਕਲੱਬ ਵਿੱਚ ਜਾ ਰਿਹਾ, ਲੱਭ ਦੋਵੇਂ ਸੁੱਖ ਰਹੇ ਨੇ, ਦੋਵਾਂ ਦੀ ਮੰਜ਼ਿਲ ਸੁੱਖ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਿਸ ਪਾਸੇ ਬਾਹਰ ਤੁਸੀਂ ਜਾ ਰਹੇ ਹੋ, ਉਸ ਪਾਸੇ ਵੱਲ ਤੁਸੀਂ ਥੱਕ ਜਾਓਗੇ, ਅੱਕ ਜਾਓਗੇ। ਸੁੱਖ ਦੀ ਥਾਂ ਤੇ ਜਿਹੜਾ ਤੁਹਾਨੂੰ ਸੁੱਖ ਲੱਗਦਾ ਹੈ, ਉਹ ਅਸਲ ਵਿੱਚ ਦੁੱਖ ਨੇ ਕੱਪੜੇ ਬਦਲੇ ਹੋਏ ਨੇ। ਸੁੱਖ ਦਾ ਲੇਬਲ ਹੈ ਉਹ, ਕੀ ਪਤਾ ਉੱਥੇ ਕੀ, ਬਾਹਰੋਂ ਥੋੜ੍ਹੀ ਪਤਾ ਲੱਗਦਾ, ਬਾਹਰੋਂ ਸੁੱਖ ਦਿਸਦਾ। ਸਾਡੀ ਜ਼ਿੰਦਗੀ ਦਾ ਆਪਣਾ ਤਜਰਬਾ ਹੈ, ਤੁਸੀਂ ਕਦੀ ਵੇਖਣਾ ਜਿਨ੍ਹਾਂ ਦੀ ਜ਼ਿੰਦਗੀ ਅਜੇ ਸ਼ੁਰੂ ਹੋਈ ਉਹਨਾਂ ਦਾ ਗਿਆਨ ਵੱਖਰਾ ਹੈ। ਇੱਕ ਬੱਚਾ 12 ਸਾਲ ਦਾ, ਉਹਦੇ ਤਜਰਬੇ ਵੱਖਰੇ ਨੇ, 16 ਸਾਲ ਵਾਲੇ ਦੇ ਵੱਖਰੇ ਨੇ, 20 ਸਾਲ ਵਾਲੇ ਦੇ ਵੱਖਰੇ, 25 ਵਾਲੇ ਦੇ ਵੱਖਰੇ ਨੇ। ਪਰ ਜਿਹੜਾ ਮਨੁੱਖ 50 ਨੂੰ 60 ਨੂੰ ਪਾਰ ਕਰ ਜਾਂਦਾ ਹੈ, ਉਹਦਾ ਗਿਆਨ ਵੱਖਰਾ ਹੈ। ਤੇ ਉਹਨੂੰ ਜਦੋਂ ਤਹਿ ਦਿਲੋਂ ਪੁੱਛਿਆ ਜਾਏ ਤੇ ਉਹਦੇ ਤਜਰਬੇ ਵਿੱਚੋਂ ਇੱਕ ਗਿਆਨ ਪ੍ਰਗਟ ਹੋਵੇਗਾ ਕਿ ਜ਼ਿੰਦਗੀ ਦੇ ਵਿੱਚ ਮੈਂ ਜਿੰਨੇ ਵੀ ਸੁੱਖ ਲੱਭੇ ਨੇ, ਵੈਸੇ ਤੇ ਉਹ ਦੁੱਖ ਵਿੱਚ ਤਬਦੀਲ ਹੋ ਹੀ ਗਏ, ਤਕਰੀਬਨ ਤਬਦੀਲ ਹੁੰਦੇ ਨੇ। ਪਰ ਜੇ ਉਹ ਬਿਲਕੁਲ ਦੁੱਖ ਵਿੱਚ ਤਬਦੀਲ ਨਹੀਂ ਹੋਏ ਤੇ ਉਹਨਾਂ ਸੁੱਖਾਂ ਦੀ ਕੁਝ ਸਾਲਾਂ ਬਾਅਦ ਮੌਤ ਹੋ ਗਈ। ਇਹ ਫਰਕ ਹੈ ਸੰਸਾਰਕ ਸੁੱਖ ਦਾ ਤੇ ਜਿਹੜਾ ਸੁੱਖ ਗੁਰੂ ਕੋਲੇ, ਬਹੁਤ ਵੱਡਾ ਫਰਕ। ਦੋ ਸ਼ਬਦ ਨੇ, ਕਾਲ ਦੇ ਘੇਰੇ ਵਿੱਚ ਤੇ ਕਾਲ ਤੋਂ ਪਰੇ ਦਾ ਸੁੱਖ। ਇੱਕ ਸੁੱਖ ਐਸਾ ਹੈ ਜਿਹੜਾ ਕਾਲ ਦੀ ਹੱਦ ਵਿੱਚ ਆਉਂਦਾ ਹੈ, ਸਮੇਂ ਦੀ ਹੱਦ ਵਿੱਚ। ਇੱਕ ਸੁੱਖ ਐਸਾ ਉਹ ਕਾਲ ਦੀ ਹੱਦ ਤੋਂ ਬਾਹਰ ਹੈ, ਕਾਲ ਉਹਨੂੰ ਖਾ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਇਹ ਫਰਕ ਹੈ ਦੋਵਾਂ ਸੁੱਖਾਂ ਦੇ ਵਿੱਚ। ਤੁਸੀਂ ਕਦੀ ਵੇਖੋਗੇ ਕੁਝ ਸੁੱਖ ਨੇ ਜਿਨ੍ਹਾਂ ਦੀ ਉਮਰ ਕੁਝ ਘੰਟਿਆਂ ਦੀ ਸੰਸਾਰ ਦੇ ਵਿੱਚ ਹੈ, ਕੁਝ ਸੁੱਖ ਨੇ ਜਿਨ੍ਹਾਂ ਦੀ ਉਮਰ ਮਹੀਨਿਆਂ ਤੱਕ ਸੀਮਤ ਹੈ, ਕੁਝ ਸੁੱਖ ਨੇ ਸਾਲਾਂ ਤੋਂ ਬਾਅਦ ਖਤਮ ਹੋ ਜਾਂਦੇ ਨੇ, ਤੇ ਦਹਾਕਿਆਂ ਤੋਂ ਬਾਅਦ ਤੇ ਤਕਰੀਬਨ ਸਾਰੇ ਸੁੱਖ ਖਤਮ ਹੁੰਦੇ ਨੇ। ਆ ਸਭ ਤੋਂ ਵੱਡਾ ਸੁੱਖ ਤੇ ਸਾਡਾ ਸਰੀਰ ਹੈ ਨਾ, ਸਰੀਰ ਦੇ ਵਿੱਚ ਤਾਕਤ ਹੈ, ਸ਼ਕਤੀ ਹੈ। ਅੱਜ ਸੁੱਖ ਦਿੰਦਾ ਹੈ, ਹਰ ਇੱਕ ਰਸ ਦੇ ਰਿਹਾ ਸਰੀਰ। ਅੱਖਾਂ ਵਿੱਚ ਤਾਕਤ ਹੈ, ਕੰਨਾਂ ਵਿੱਚ ਸੁਣਨ ਦੀ ਤਾਕਤ ਹੈ, ਹੱਥਾਂ ਵਿੱਚ ਕੰਮ ਕਰਨ ਦੀ ਹੈ, ਪੈਰਾਂ ਵਿੱਚ ਤੁਰਨ ਦੀ, ਸਾਰੀਆਂ ਤਾਕਤਾਂ ਹਨ ਸਰੀਰ ਵਿੱਚ। ਪਰ ਬਾਬਾ ਫਰੀਦ ਸਾਹਿਬ ਨੇ ਇੱਕ ਥਾਂ ਤੇ ਸ਼ਲੋਕ ਕਿਹਾ ਹੈ, ਉਹ ਕਹਿੰਦੇ ਨੇ, ਫਰੀਦਾ ਚੱਲਣ ਚੱਬਣ ਰਤਨ ਸੇ ਸੁਨੀਅਰ ਬਹਿ ਗਏ। ਚੱਲਣ ਦਾ ਅਰਥ ਹੈ ਪੈਰ। ਕਹਿੰਦੇ ਜਿਹੜੇ ਪੈਰ ਕਦੀ ਥੱਕੇ ਨਹੀਂ ਸਨ, ਅੱਜ ਜਵਾਬ ਦੇ ਗਏ ਤੁਰਨ ਤੋਂ। ਕੀ ਹੋਇਆ? ਸਰੀਰ ਦੇ ਸੁੱਖ ਦੀ ਸਮੇਂ ਨੇ ਮੌਤ ਕਰ ਦਿੱਤੀ, ਖਾਤਮਾ ਕਰ ਦਿੱਤਾ, ਖਾ ਗਿਆ ਸਮਾਂ ਸਰੀਰ ਨੂੰ। ਚੱਲਣ ਚੱਬਣ, ਚੱਬਣ ਦਾ ਅਰਥ ਹੈ ਦੰਦ ਜਿਹਦੇ ਨਾਲ ਕੁਝ ਚੱਬੀਦਾ ਹੈ, ਦੰਦ ਨਿਕਲ ਗਿਆ ਵਿੱਚੋਂ, ਮੌਤ ਹੋ ਗਈ ਨਾ ਸਰੀਰ ਦੀ। ਇੱਕ ਦਿਨ ਨਹੀਂ ਇਹਦਾ ਖਾਤਮਾ ਹੁੰਦਾ, ਸਰੀਰ ਦਿਨੋਂ ਦਿਨ ਮਰਦਾ, ਰੋਜ਼ ਕਮਜ਼ੋਰ ਪੈਂਦਾ ਜਾਂਦਾ। ਚੱਲਣ ਚੱਬਣ, ਚੱਬਣ ਦਾ ਅਰਥ ਹੈ ਦੰਦ,
रतन, रतन का अर्थ है अखां, रत्ना वर्गियां अखां जिहड़ियां ने जिन्हां विच बड़ी ताकत सी, दूरों दूरों वेख लैंदियां सन। हुण एक आदमी सामने आउंदा उहदी पहचान नहीं आउंदी, एक आदमी आ रहा चार दिसदे ने, नज़र कमज़ोर पै गई, अखां दी नज़र दी मौत हुंदी जा रही। इस जगत विच सब कुछ घटदा जा रहा। जिन्हें इस कला नूं वेख लिया उन्हें फिर उहदी खोज कीती जो नहीं घटदा, जो खत्म नहीं हुंदा। चलन चबन रतन से सुनियर, सुनियर दा अर्थ है कन्न, सुनन वाले यंत्र। से सुनियर बह गए, बह गए दा अर्थ है कमज़ोर हो गए। हेड़े मुती धा से जानी चल गए। अंदरले मन ने रो के कहा भी नाल पहलां ते बड़ी ताकत सी, हुण किधर चले गए। हुण जे ते बुढ़ेपा गल सिर्फ इन्नी सतगुरु अज कह रहे भी जगत उस ब्राह्मण नूं कहंदे घटदा जा रहा। तू वेख इहदे विच कोई चीज़ है जिहड़ी घटे ना, उहदी खोज कर, उहनूं लभ। धर्म निराशता नहीं। आम तौर पर सोचा जाता भी जिहड़े निराश उदास लोग धर्मी हुंदे ने, नहीं। धर्मी व्यक्ति जिहड़ा है वो सब तो नवीं चीज़ की खोज करता है। आपां कहने धर्म तो पुराना, धर्म कदी दुनिया विच सब तो नवीं चीज़ ही धर्म है, होर सब कुछ पुराना है। तुसीं कदी वेखो सब कुछ पुराना। तुसीं उदाहरण ते वेख लो, अज तो 5 साल पहला जिहड़ी अखबार निकली सी, जे सामने आ जाए आपां की कहने लेटेस्ट, पुरानी है, पुरानी हो गई, हुण नहीं है। अज तो 10 साल पहला जिहड़ा कपड़ा सी गया कहंदे पुराना हो गया, मकान पुराना हो गया, गड्डी पुरानी। जगत है ना सारा पदार्थ। ते 500 साल तो सिख जपजी साहब पढ़ रहा, रोज़ सवेरे उठ के पढ़दा, कभी कहेगा भी जपजी साहब पुराना हो गया? जपजी साहब पुराना नहीं होएगा। इस जगत विच मॉडर्न है ही धर्म सब तो। ये साडा भुलेखा है, साडी खोपरी उल्टी, पुट्ठे लमके हुए हैं। विज्ञान वालियां नूं पुछो, वो कहंदे आदमी सानू लगदा सी सीधे बैठे हैं, धरती नाल लमकिया होया पुट्ठा, असी पुट्ठे लमके हैं। धरती जदों घुमदी है ना, विज्ञान ने दूरों वेख्या जिन साडे पैर उहदे नाल चंबड़े हुए ने, सिर ते साडा पताल वाले नीवा सिर। इस करके साडी नज़र भी पुट्ठी, साडी खोपरी ते साडे जिहड़े हिसाब किताब ने कुदरत के नियम के नाल सारे ही गलत ने। जो कुछ असीं बनाए ने उत्थे हिसाब नहीं चलदा। सच्चाई ते है हिसाब एक गलत, साडे हिसाब किताब, साडी परिभाषा, साडी स्टेटमेंट्स जिन्नियां भी ने वो साडियां अधूरियां ने, काम चलाउण वास्ते ने। मैथ खुद कहता मैथ ठीक नहीं, हिसाब ठीक नहीं, उहदी एक खोज है। जिन्हां ने मैथ बनाया, हिसाब बनाया, उन्हां दी खोज है। कहंदे सामने हत्थ ते एक दाणा रखिया है, कणक दा दाणा है, वो पुछदे ने इहदी गिनती किन्नी, वेखण वाला कहंदा एक, वो कहंदे गलत, एक नहीं है। होर किन्नी गिनती? कहंदे इस दाणे दे विच 50 दाणे ने, जदों इहनूं बीज दिओ ਇਹਦੇ ਵਿੱਚੋਂ 50 ਨਿਕਲਣਗੇ। ਉਹ ਇਹਦੇ ਵਿੱਚ ਹੀ ਨੇ, ਬਾਹਰੋਂ ਤੇ ਨਹੀਂ ਆਏ ਕਿਤੇ। ਫਿਰ ਉਹਨੂੰ ਪੁੱਛੋ ਇਹ 50 ਨੇ, ਉਹ ਕਹੇਗਾ ਨਹੀਂ 50 ਦੇ ਵਿੱਚ ਹੋਰ ਸੈਂਕੜੇ ਨੇ, ਫਿਰ ਉਹਨਾਂ ਦੇ ਵਿੱਚ ਹੋਰ। ਗਿਣਤੀ ਸਾਰੀ ਗਲਤ ਹੈ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਹਿਸਾਬ ਬਾਰੇ ਇੱਕ ਗੱਲ ਕਹੀ। ਉਹ ਕਹਿੰਦੇ ਅਨੇਕ ਹੈ ਫਿਰ ਏਕ ਹੈ। ਇੱਕ ਅਨੇਕ ਹੈ ਤੇ ਅਨੇਕ ਇੱਕ ਹੈ। इस करके इस जगत विच सब तो नवीं चीज़ धर्म है। बाकी सारिया चीज़ों नूं समा मारी जा रहा है, पुराना करी जा रहा है। तो भाई गुरदास जी ते कबीर साहब दे उत्ते बहुत उन्होंने कहा है। जिवें कि इस जमीन के उत्ते मैं एक दिन बेनती की सी, वो विशा विचे रह गया सी। तुसी हर रोज़ गुरु के कीर्तनी सिंघां दे कोलों एक शब्द सुनदे हो कबीर जी का बसंत राग विच। तो मैं बेनती की सी, इस धरती के उत्ते मनुख ने माया के राही, पदार्थ के राही, मटीरीयल के राही इस जगत नूं पूरी तरह नवां बनाउण दा यतन कीता है। चंगी गल है। इनू चमकाउण दा यतन कीता है, सोने का बनाउण दा यतन कीता है, चंदन का बनाउण दा। मनुख इस आर विच लगा होया है सदियां तो।
कि वो जमीन नूं पूरी तरह चमका दे। ਜਿਹੜੇ ਦੇਸ਼ ਇਹਦੇ ਵਿੱਚ ਕਾਮਯਾਬ ਹੁੰਦੇ ਨੇ ਉਹ ਮਾਣ ਨਾਲ ਕਹਿੰਦੇ ਸਾਡੀਆਂ ਸੜਕਾਂ ਵੇਖੋ, ਸਾਡੇ ਬਾਗ ਵੇਖੋ, ਬਗੀਚੇ ਵੇਖੋ। ਆਦਮੀ ਦੀ ਕੋਸ਼ਿਸ਼ ਹੈ ਕਿ ਉਹ ਇਸ ਜਗਤ ਨੂੰ ਪੂਰੀ ਤਰ੍ਹਾਂ ਨਵਾਂ ਬਣਾ ਦੇ ਤੇ ਪੁਰਾਣਾ ਨਾ ਹੋਵੇ। ਸਰੀਰ ਦਾ ਮੈਡੀਕਲ ਐਸਾ ਲੱਭਿਆ ਜਾਏ, ਹੁਣ ਖੋਜ ਹੋ ਰਹੀ ਆਦਮੀ ਬੁੱਢਾ ਨਾ ਹੋਵੇ, ਇਹਦੇ ਉੱਤੇ ਮੈਡੀਕਲ ਖੋਜ ਕਰ ਰਿਹਾ, ਹਿਸਾਬ ਕਰ ਰਿਹਾ। ਐਸੀਆਂ ਚੀਜ਼ਾਂ ਇਹਦੇ ਅੰਦਰ ਸਰੀਰ ਦੇ ਫਿੱਟ ਕੀਤੀਆਂ ਜਾਣ, ਇਹਨੂੰ ਬੁਢਾਪਾ ਨਾ ਖਾਏ, ਕੁਝ ਵੀ ਪੁਰਾਣਾ ਨਾ ਹੋਵੇ। ਪਰ ਸਾਰੀਆਂ ਚੀਜ਼ਾਂ ਅਖੀਰ ਨੂੰ ਮਿੱਟੀ ਵਿੱਚ ਮਿਲਦੀਆਂ ਨੇ। ਕਾਲ ਸਭ ਨੂੰ ਖਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਮੈਂ ਐਸੀ ਧਰਤੀ ਇੱਕ ਸਾਜੀ ਹੈ ਜਿਹੜੀ ਸਦਾ ਹੀ ਖਿੜੀ ਰਹਿੰਦੀ ਤੇ ਚਮਕਦੀ ਹੈ। ਬਸੰਤ ਦਾ ਸ਼ਬਦ ਪਹਿਲਾ ਹੈ। ਮੌਲੀ ਧਰਤੀ ਮੌਲਿਆ ਆਕਾਸ਼। ਕਬੀਰ ਸਾਹਿਬ ਨੇ ਕਿੱਥੋਂ ਬਣਾਇਆ? ਕਾਸ਼ੀ ਵਿੱਚ ਰਹਿੰਦੇ ਸਨ। ਨਾ ਉਹਨਾਂ ਕੋਲ ਸਰਕਾਰ, ਨਾ ਉਹਨਾਂ ਕੋਲ ਸਾਧਨ, ਨਾ ਉਹਨਾਂ ਕੋਲ ਸੋਨਾ ਜਿਹਦੇ ਨਾਲ ਧਰਤੀ ਸੋਨੇ ਦੀ ਬਣਾ ਦੇਣ। ਪਰ ਕਬੀਰ ਸਾਹਿਬ ਕੋਈ ਇਸ ਤਰ੍ਹਾਂ ਦਾ ਮਨੋਕਲਪਿਤ ਗਿਆਨ ਥੋੜ੍ਹੀ ਕਹਿ ਰਹੇ ਨੇ ਵੀ ਧਰਤੀ ਜਿਹੜੀ ਮੌਲੀ ਦਾ ਭਾਵ ਖਿੜੀ ਪਈ ਸਾਰੀ ਕੋਲੋਂ ਬਣਾ ਕੇ। ਮੈਂ ਕੱਲ੍ਹ ਵੀ ਕਿਸੇ ਥਾਂ 'ਤੇ ਵਿਚਾਰ ਦਰਬਾਰ ਸੀ ਤੇ ਵਿਸ਼ਾ ਸੀ ਸ਼ਬਦ ਗੁਰੂ। ਮੈਂ ਬੇਨਤੀ ਕੀਤੀ ਵੀ ਜਿਹੜਾ ਧਰਮ ਹੈ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਇਹ ਕੋਈ ਕਲਪਿਤ ਕੀਤੀ ਹੋਈ ਕਵਿਤਾ ਜਾਂ ਅਖਬਾਰ ਨਹੀਂ ਹੈ। ਖਿਆਲ ਰੱਖਣਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਕਹਿੰਦੇ ਹਾਂ, ਇਕੱਲਾ ਜਾਣਕਾਰੀ ਕਹਿੰਦੇ ਹਾਂ, ਤੇ ਫਿਰ ਗੁਰੂ ਕਿਵੇਂ ਕਵਾਂਗੇ? ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਗੁਰੂ ਦੇ ਕੋਲ ਜਾਣਕਾਰੀ ਹੈ, ਗੁਰੂ ਜਾਣਕਾਰੀ ਨਹੀਂ ਹੈ। ਖਿਆਲ ਰੱਖ, ਜਾਣਕਾਰੀ ਗਿਆਨ ਗੁਰੂ ਦਾ ਇੱਕ ਛੋਟਾ ਜਿਹਾ ਕਿਣਕਾ ਹੈ, ਨਾ ਕਿ ਉਹ ਗਿਆਨ ਇਕੱਲਾ। ਇਹ ਸਾਡੀ ਸਮਝ ਵਿੱਚ ਫਰਕ ਪੈ ਗਿਆ। ਅਸੀਂ ਆਪ ਭੁਲੇਖੇ ਵਿੱਚ ਪੈ ਗਏ ਵੀ ਗਿਆਨ ਹੈ ਗੁਰੂ ਇਕੱਲਾ। ਜਾਣਕਾਰੀ ਸਮਝੋ ਤੇ ਸਮਝਾਓ, ਪੜ੍ਹੋ ਤੇ ਪੜ੍ਹਾਓ, ਤੋਤੇ ਬਣੋ ਤੇ ਤੋਤੇ ਬਣਾਓ। ਪੜ੍ਹਾਓ ਲੋਕਾਂ ਨੂੰ ਆਪਸ ਵਿੱਚ। ਗਿਆਨ ਤੇ ਗੁਰੂ ਦੇ ਦਰ ਤੇ ਪਿਆ ਹੋਇਆ ਸਰਦਲ ਦਾ ਇੱਕ ਰੋੜਾ ਹੈ। ਖਿਆਲ ਰੱਖਣਾ, ਗਿਆਨ ਜਾਣਕਾਰੀ ਸਰਦਲ ਤੇ ਦੁਆਰੇ ਦੇ ਉੱਤੇ। ਗਿਆਨ ਤੇ ਉੱਥੋਂ ਉੱਗਦਾ ਜਿੱਥੇ ਗੁਰੂ ਪੈਰ ਰੱਖਦਾ ਹੈ। ਗੁਰੂ ਗਿਆਨ ਥੋੜ੍ਹੀ ਇਕੱਲਾ, ਗੁਰੂ ਜਾਣਕਾਰੀ ਨਹੀਂ, ਗੁਰੂ ਅਖਬਾਰ ਨਹੀਂ, ਗੁਰੂ ਰਸਾਲਾ ਨਹੀਂ। ਪਰ ਅਸੀਂ ਇੱਥੇ ਗਲਤੀ ਕਰਨ ਲੱਗੇ ਹਾਂ ਕਿ ਸ਼ਾਇਦ ਗੁਰੂ ਗਿਆਨ ਹੈ, ਤਰਕ ਹੈ ਗੁਰੂ ਸਿਰਫ, ਹਿਸਾਬ ਕਿਤਾਬ ਹੈ। ਕਲਮ ਪੈਨ ਜਮੈਟਰੀ ਲੈ ਕੇ ਡਰਾਇੰਗ ਮਾਸਟਰ ਬਣ ਗਿਆ, ਮਿਣਨ ਲੱਗ ਪਿਆ। ਗਿਆਨ ਗੁਰੂ ਦੇ ਚਰਨਾਂ ਦੀ ਇੱਕ ਛੋਟੀ ਜਿਹੀ ਕਿਰਨ ਹੈ, ਉਹਦੇ ਤੋਂ ਲਾਭ ਲਿਆ ਜਾ ਸਕਦਾ, ਕੋਈ ਸ਼ੱਕ ਨਹੀਂ। ਪਰ ਗੁਰੂ ਨੂੰ ਗਿਆਨ ਕਹਿਣਾ ਗੁਰੂ ਦੀ ਤੋਹੀਨ ਹੈ, ਕਿਉਂਕਿ ਗਿਆਨ ਇੱਕ ਮੈਟਰ ਹੈ, ਗਿਆਨ ਇੱਕ ਲੈਸਨ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਖਸੀਅਤ ਨੇ, ਇੱਕ ਹੋਂਦ ਨੇ। ਹੋਂਦ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਔਰ ਇਹ ਸ਼ਬਦ ਵਰਤੇ ਨਾ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਦਾ ਅਰਥ ਹੈ ਸਰੀਰ। ਇਹਦੇ ਉੱਤੇ ਬੜੀ ਬਹਿਸ ਚੱਲਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਵੇਂ ਹੋਇਆ। ਬਹੁਤ ਕੁਝ ਚੱਲਦਾ ਹੈ। ਸਚਾਈ ਤਾਂ ਹੈ ਵੀ ਜਿੱਡਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਕਿਰਪਾ ਕਰੀਏ ਅਸੀਂ ਉਸ ਤਲ ਤੱਕ ਪਹੁੰਚ ਜਾਈਏ। ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਪਰ ਪੰਜ ਭੌਤਿਕ ਨਹੀਂ। ਖਿਆਲ ਰੱਖਣਾ, ਇਹ ਸਾਨੂੰ ਇੱਥੇ ਵੇਖਣਾ ਪਏਗਾ। ਕਿਤੇ ਆਪਾਂ ਦੋਵੇਂ ਜਣੇ ਗਲਤ ਨਹੀਂ ਜਾ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਬੋਡੀ, ਉਹ ਦੇ ਕਿਹੜੀ ਹੈ? ਗੁਰੂ ਨਾਨਕ ਦੇਵ ਜੀ ਜਿੱਦਣ ਤੁਰੇ ਸਨ, ਉਹਨਾਂ ਨੂੰ ਉਸ ਦਿਨ ਹੀ ਫਿਕਰ ਪੈ ਗਿਆ ਕਿ ਅੱਜ ਮੈਂ ਇਸ ਪੰਜ ਭੌਤਿਕ ਸਰੀਰ ਵਿੱਚ ਹਾਂ, ਕੱਲ੍ਹ ਨੂੰ ਮੈਂ ਦੂਸਰਾ ਸਰੀਰ ਲੱਭ ਲਾਂਗਾ ਭਾਈ ਲੈਣਾ, ਤੀਜਾ, ਚੌਥਾ, ਪੰਜਵਾਂ, ਛੇਵਾਂ, 10ਵੇਂ ਤੱਕ ਚਲਾ ਜਾਵਾਂਗਾ, ਫਿਰ ਲੰਮਾ ਨਹੀਂ ਚੱਲਣਾ। ਤੇ ਆਹ ਜਿਹੜੀ ਦਾਤ ਰੱਬ ਦੇ ਘਰੋਂ ਮਿਲੀ ਏ, ਇਹਨੂੰ ਕਿਹੜੀ ਦੇਹ ਵਿੱਚ ਪਾਵਾਂਗਾ?
कि सुरक्षित हो जाए तो जुगो जुगा टल हो जाए। तवज्जो देना, 2-4 मिनट की गल। गुरु नानक देव जी इस फिक्र विच सन कि जिन्ने चिर देहां दे विच ये शब्द वरती जाएगा 5, 7, 10 देहां तक, फिर किहदे विच रखांगे इस जोत नूं, इस देह नूं, इस ज्ञान नूं जिहड़ा परमात्मा दर तो मिलिया, किहड़ी देह बनावांगे? क्योंकि अगों फिर गुरु डंब चलना। वो वेंदे सन भी जिहड़े हुण 22 मंजियां वाले कल नूं 2200 होणे ने, किहनूं कहांगे? ते गुरु नानक देव जी ने अपने रहिंदियां ही एक काम शुरू कर दिता सी। वो काम सी एक देह बनाउणी शुरू कर दित्ती सी अपने रहण वास्ते। वो देह सी गुरमुखी दी, पंजाबी दी। पंजाबी मैनूं कहना पैंदा, वैसे गुरमुखी है। गुरु ग्रंथ साहिब जी पंजाबी विच नहीं लिखे हुए, गुरमुखी च लिखे हुए ने। सोचिए थोड़ा जिहा इस चीज़। गुरु ग्रंथ साहिब जी पंजाबी विच नहीं लिखे हुए, बोली पंजाबी है। जिहड़ी लिखत है, जिहड़े अखर ने, वो पंजाबी नहीं हन, वो गुरमुखी है। ते गुरमुखी दे अखर गुरु नानक देव जी ने दूजे पातशाह दे नाल मिल के बह के बनाए, आप तैयार किए। ऊड़ा ऐड़ा ईड़ी ये सारे अखर बनाए। बड़े फिक्रमंद होए, कौम बनाई, पंथ बनाया। ये देह आप बनाउणी ते रचनी शुरू कर दी। गुरु नानक देव जी ने बना दी सी देह अपने रहन वास्ते। और जिदन उन्होंने अपनी जोत भाई लहणा जी विच टिकाउणी सी ना, वो जोत उन्होंने किहड़े सिस्टम किहड़े नाल पाई, उधर टिकाई काहदे नाल? वो किहड़ा तरीका सी? वो गुरमुखी दा तरीका सी। गुरमुखी विच पा के दित्ती देह, गुरमुखी दी देह बना दित्ती। इतिहास कहता है कि तित महल जो शब्द होवा, तित महल का मतलब जो गुरु नानक देव जी के समय ते बाणी उचारी गई, जो शब्द होवा, जिहड़ी गुरमुखी की देह बनाई गुरु नानक देव जी ने। तित महल जो शब्द होवा, सो पोथी गुरु अंगद जोग मिली। वो पोथी, वो गुरबाणी गुरु अंगद देव जी नूं दे दित्ती ते अपनी जोत उस बाणी दे राही गुरु अंगद देव जी विच टिका दित्ती। वो सिस्टम गुरमुखी सी। वो देह वे गुरु दे, ध्यान रखना। प्रगट गुरां की देह की है, सारा सुन लेना ध्यान नाल, क्योंकि दूर दूर लोग सुनते हैं। कई बार तो देह शब्द सुन के उन्होंने दौड़ जाना भी ये की होया, गुरु ग्रंथ साहिब दे है, पूरा सुन लेना, नहीं तो भटक जाओगे कई जन्मां तक। गुरु ग्रंथ साहिब जी की देह बनाई, गुरमुखी की देह बनाई। तो जिदन गुरु ग्रंथ साहिब पातशाह जी की संपूर्णता हो गई ना, कलगियां वाले पातशाह ने कर दी संपूर्णता, उस दिन अपनी जिहड़ी जोत सी वो इस गुरमुखी दे विच टिका दी। आत्मा ग्रंथ विच बह गए, गुरबाणी दे चुप करके टिक गए। ते जे कोई देह वाला सिख जिहदे कोल शरीर है, आपां देहधारी होई ना सारे, शरीर है अपने कोल। हुण जे कोई शरीर वाला बंदा इस बाणी नूं अपने शरीर दे विच कमाउंदा है ना, जपदा है ते नाल कमाउंदा है, उदां शरीर नूं चलाउंदा जिवें बाणी विच लिखिया होया है, ते वो जोत उस सिख दे जीवन विचों प्रगट हो जाती है, जिहड़ी गुरमुखी दे विच पाई हुई है। वो सिख दे चेहरे तो, उहदे कम्मां तो, उहदीआं गल्लां तो, उहदी वेखणी तो, उहदे कम्मां तो पता लग जाएगा, ਉਹਦੇ ਵਿੱਚੋਂ प्रगट हो जाएगी गल। इनू क्या गुरु कलगियां वाले पातशाह ने, खालसा मेरो रूप है खास, खालसे मैं हो करो निवास। गुरु ग्रंथ साहिब जी दे ने शब्द रूप में दे ने, शब्द की बॉडी उन्होंने, शब्दों की दे वे। हुण तो विज्ञान कहन लग पिया, सानू तो मनना ही पैना, क्योंकि आप विज्ञान की बहुती मनने, गुरु साहिब की घट। विज्ञान ने सिद्ध कर दिता है कि जिहड़े शब्द निकलते हैं साडे मूँह विचों, निकलदियां सार उन्हां दी एक देह बन जाती, सूक्ष्म दिसदी नहीं, वो आकाश विच उड़ जाती है देह बन के, फिर वो खत्म नहीं होंदी, सदियां तक लगातार हो जाती है, वो नाश नहीं होंदा। हुण जिवें आपां इत्थे बोलने आ, इत्थों हज़ारां मील दूर कोई रेडियो दा तरंगां नूं पढ़दा, वो कितों पकड़दा? शब्दां नूं पढ़ लैंदा स्पेस विचों। वो शब्द उस तरह कायम ने, उन्हां दी देह है, उत्थों फड़ के ते बाहर प्रगट कर दिंदा, बाहर लैके आउंदा है।
ਤੇ ਅੱਜ ਤੋਂ ਲੱਖਾਂ ਤੇ ਹਜ਼ਾਰਾਂ ਸਾਲ ਪਹਿਲਾਂ ਜਿੰਨੇ ਸ਼ਬਦ ਬੋਲੇ ਗਏ ਨੇ ਇਸ ਧਰਤੀ ਤੇ, ਉਹ ਸ਼ਬਦ ਸਾਰੇ ਅਜੇ ਤੱਕ ਇਸ ਸਪੇਸ ਵਿੱਚ ਮੌਜੂਦ ਨੇ। ਪਰ ਉਹਨਾਂ ਵਿੱਚ ਪਕੜਨ ਵਿੱਚ ਇੱਕੋ ਹੀ ਨੁਕਸ ਪੈਂਦਾ ਵੀ ਉਹਨਾਂ ਨੂੰ ਨਿਖੇੜਿਆ ਨਹੀਂ ਜਾਂਦਾ ਵੀ ਕੌਣ ਕਿੱਥੇ ਬੋਲ ਰਿਹਾ ਹੈ। ਇਹ ਨਹੀਂ ਪਤਾ ਲੱਗਦਾ ਉਹਨਾਂ ਨੂੰ। ਸ਼ਬਦ ਇੱਥੇ ਜਿਉਂਦੇ ਨੇ ਸਾਰੇ, ਉਹਨਾਂ ਦੀ ਇੱਕ ਦੇਹ ਹੈ, ਸੂਖਸ਼ਮ। ਔਰ ਇਹ ਸਹਿਜੇ ਸਹਿਜੇ ਤੁਸੀਂ ਵੇਖੋਗੇ ਵੀ ਜਿਹੜੇ ਵਿਗਿਆਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲੈਣਗੇ ਅੱਗੇ ਖੋਜ ਕਰਨ ਲਈ। ਹੋਰ ਨਾਸਾ ਵਾਲੇ ਲੈ ਰਹੇ ਨੇ, ਵੈਸੇ ਉਹਨਾਂ ਨੂੰ ਜ਼ਰੂਰਤ ਪੈ ਗਈ, ਕਿਉਂਕਿ ਕੋਈ ਵੀ ਧਰਮ ਦੁਨੀਆ ਦੀ ਆਰੰਭਤਾ ਦੀ ਇੰਨੀ ਵਧੀਆ ਜਾਣਕਾਰੀ ਨਹੀਂ ਦਿੰਦਾ ਜਿੰਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਜਗਤ ਦੀ ਆਰੰਭਤਾ ਬਾਰੇ ਜਾਣਕਾਰੀਆਂ ਮਿਲ ਰਹੀਆਂ ਉਹਨਾਂ ਨੂੰ। ਤਾਂ ਇਸ ਤਰ੍ਹਾਂ ਗੁਰੂ ਅਖਬਾਰ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਗਿਆਨ ਨਹੀਂ ਹਨ। ਗਿਆਨ ਤੇ ਉਹਨਾਂ ਦੇ ਘਰ ਦਾ ਇੱਕ ਛੋਟਾ ਜਿਹਾ ਅੱਗੇ ਦਰਵਾਜ਼ੇ ਤੇ ਪਿਆ ਹੋਇਆ ਰੋੜਾ ਹੈ। ਅਸੀਂ ਗੁਰੂ ਨੂੰ ਗਿਆਨ ਕਹਿਣਾ ਸ਼ੁਰੂ ਕਰ ਦਿੱਤਾ, ਗੁਰੂ ਨੂੰ ਜਾਣਕਾਰੀ ਕਹਿਣਾ ਸ਼ੁਰੂ ਕਰ ਦਿੱਤਾ। ਜਿਹਦੇ ਕੋਲ ਕੋਈ ਵੀ ਜਾਣਕਾਰੀ ਨਹੀਂ, ਮੈਂ ਐਸੇ ਵੀ ਲੋਕ ਵੇਖੇ ਨੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਉਹ ਸਮਝਦੇ ਵੀ ਨਹੀਂ। ਉਹਨਾਂ ਤੋਂ ਵੀ ਸੁਣਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਕੇ ਬਈਦਾ ਸਾਨੂੰ ਸ਼ਾਂਤੀ ਮਿਲਦੀ ਹੈ, ਸਾਨੂੰ ਟਿਕਾ ਮਿਲਦਾ ਹੈ। ਇਹ ਕਈ ਥਾਵਾਂ ਤੇ ਵਾਪਰਿਆ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਵਾਸਤੇ ਜਿੱਥੇ ਸਾਨੂੰ ਗਿਆਨ ਦੀ ਜ਼ਰੂਰਤ ਤਾਂ ਹੈ, ਉੱਥੇ ਇਹ ਬਖਸ਼ਿਸ਼ ਭਾਵਨਾ ਤੇ ਸ਼ਰਧਾ ਦੁਆਰਾ ਵੀ ਸੰਬੰਧ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਧਾ। ਜਿਸ ਵਿਅਕਤੀ ਨੂੰ ਕੋਈ ਬਾਹਰੀ ਗਿਆਨ ਨਾ ਵੀ ਹੋਵੇ, ਉਹ ਵੀ ਸੰਪਰਕ ਵਿੱਚ ਆ ਸਕਦਾ, ਸਿੱਧਾ ਆ ਸਕਦਾ, ਬਖਸ਼ਿਸ਼ ਲੈ ਸਕਦਾ। ਇਸ ਕਰਕੇ ਇਸ ਜਗਤ ਦਾ ਨਮੂਨਾ ਜਿਹੜਾ ਮੈਂ ਗੱਲ ਕਰ ਰਿਹਾ ਸੀ, ਇਸ ਜਗਤ ਦੇ ਜਿੰਨੇ ਵੀ ਚੀਜ਼ਾਂ ਨੇ ਉਹਨਾਂ ਦੇ ਸੁੱਖ ਦੀ ਉਮਰਾ ਜਿਹੜੀ ਇਹ ਘਟਦੀ ਜਾਂਦੀ ਹੈ, ਉਹ ਖਤਮ ਹੋ ਜਾਂਦੇ ਨੇ, ਸਮਾਪਤ ਹੋ ਜਾਂਦੇ। ਤੇ ਕਬੀਰ ਸਾਹਿਬ ਕਹਿੰਦੇ ਮੈਂ ਇੱਕ ਐਸੀ ਧਰਤੀ, ਕਿਉਂਕਿ ਜਦੋਂ ਮਨ ਖਿੜ ਗਿਆ, ਜਦੋਂ ਆਤਮਾ ਖਿੜ ਗਈ, ਉਦੋਂ ਸਭ ਕੁਝ ਖਿੜ ਗਿਆ, ਬਾਹਰ ਸਾਰਾ ਕੁਝ ਰੰਗਿਆ ਗਿਆ। ਜਦੋਂ ਆਪਣਾ ਆਪ ਹੀ ਬੇਰੰਗੇ ਤੇ ਬਾਹਰੋਂ ਸਾਰਾ ਕੁਝ ਰੰਗ ਕਰੀ ਜਾਓ, ਉਹ ਫਿੱਕਾ ਪੈ ਜਾਂਦਾ। ਇਸ ਲਈ ਉਹ ਕਹਿੰਦੇ ਮੌਲੀ ਧਰਤੀ, ਮੌਲਿਆ ਆਕਾਸ਼, ਆਕਾਸ਼ ਵੀ ਖਿੜਿਆ ਉਹਨਾਂ ਦਾ। ਉਹ ਕਿਉਂ ਸਭ ਕੁਝ ਖਿੜਿਆ ਤੇ ਨਵਾਂ ਹੋਇਆ? ਕਹਿੰਦੇ ਘਟ ਘਟ ਮੌਲਿਆ ਆਤਮ ਪ੍ਰਗਾਸ। ਜਦੋਂ ਆਤਮਾ ਦੇ ਵਿੱਚ ਖਿੜਾ ਆ ਗਿਆ ਤੇ ਬਾਹਰ ਸਾਰਾ ਕੁਝ ਖਿੜਨ ਲੱਗ ਪਿਆ। ਫਿਰ ਕਹਿੰਦੇ ਦੁਤੀਆ ਮੌਲੇ ਚਾਰ ਵੇਦ। ਚਾਰ ਵੇਦ ਹਿੰਦੂਆਂ ਦੇ 4 ਵੇਦ ਨੇ, ਉਹ ਵੀ ਕਹਿੰਦੇ ਖਿੜੇ ਹੋਏ ਨੇ। ਤੇ ਵੇਦੀਆਂ ਨੂੰ ਪੁੱਛੋ, ਜਿੰਨੇ ਵੇਦੀ ਵੇਦਾਂ ਤੋਂ ਅੱਕੇ ਹੁੰਦੇ ਨੇ ਉਹਨੇ ਹੋਰ ਕੋਈ ਨਹੀਂ ਅੱਕੇ ਹੁੰਦੇ, ਖਿਆਲ ਰੱਖਣਾ। ਜਿੰਨੇ ਪਾਠੀ ਪਾਠ ਤੋਂ ਅੱਕੇ ਹੁੰਦੇ ਨੇ ਉਹਨੇ ਦੂਜੇ ਨਹੀਂ ਅੱਕੇ ਹੁੰਦੇ, ਕਿਉਂਕਿ ਰੋਜ਼ ਹੀ ਉਹ ਕਰਨਾ, ਰੋਜ਼ ਹੀ ਕਰਨਾ ਉਹ। ਕਬੀਰ ਸਾਹਿਬ ਕਹਿੰਦੇ ਹੁਣ ਵੇਦ ਵੀ ਖਿੜੇ ਦਿਸਦੇ ਨੇ ਮੈਨੂੰ, ਕਿਉਂਕਿ ਉਹਨਾਂ ਦਾ ਮਨ ਖਿੜਿਆ, ਹੁਣ ਵੇਦ ਵੀ ਖਿੜੇ ਦਿਸਦੇ। ਦੁਤੀਆ ਮੌਲੇ 4 ਵੇਦ, ਸਿਮਰਤ ਮੌਲੀ ਸਿਉ ਕਤੇਬ। 27 ਸਿਮਰਤੀਆਂ ਵੀ ਖਿੜੀਆਂ ਹੋਈਆਂ ਨੇ ਕਬੀਰ ਸਾਹਿਬ ਵਾਸਤੇ, ਤੇ ਕਤੇਬਾਂ ਵੀ ਸਾਰੀਆਂ ਇਹ ਵੀ ਖਿੜੀਆਂ ਨੇ। ਸ਼ੰਕਰ ਮੌਲਿਓ ਜੋਗ ਧਿਆਨ। ਸ਼ੰਕਰ ਦਾ ਅਰਥ ਸ਼ਿਵ ਜੀ ਵੀ ਖਿੜਿਆ ਹੋਇਆ। ਵੈਸੇ ਸ਼ਿਵ ਜੀ ਮੌਤ ਦਾ ਦੇਵਤਾ ਹੈ, ਤੁਸੀਂ ਉਹਦੀ ਤਸਵੀਰ ਵੇਖੀ ਹੋਵੇਗੀ। ਉਹਦੇ ਗਲ ਵਿੱਚ ਸੱਪ ਪਾਏ ਹੋਏ ਨੇ, ਸਵਾਹ ਮਲੀ ਹੋਈ ਹੈ, ਲੋਕ ਡਰਦੇ ਨੇ, ਘਬਰਾਉਂਦੇ ਡਰਦੇ ਉਹਦੇ ਤੋਂ। ਕਬੀਰ ਸਾਹਿਬ ਕਹਿੰਦੇ ਸ਼ਿਵ ਜੀ ਵੀ ਖੁਸ਼ ਨਜ਼ਰ ਆਇਆ ਹੈ। ਉਹਨਾਂ ਵਾਸਤੇ ਸ਼ਿਵ ਜੀ ਵੀ ਖੁਸ਼ ਨਜ਼ਰ ਆਉਂਦਾ, ਕਿਉਂਕਿ ਆਪ ਖੁਸ਼ ਹੋ ਗਏ। ਸ਼ੰਕਰ ਮੌਲਿਓ ਜੋਗ ਧਿਆਨ। ਕਬੀਰ ਕੋ ਸੁਆਮੀ ਸਭ ਸਮਾਨ। ਸਾਰਿਆਂ ਦੇ ਵਿੱਚ ਕਬੀਰ ਦੇ ਸੁਆਮੀ ਸਮਾਏ ਹੋਏ ਨੇ। ਕਹਿਣ ਤੋਂ ਭਾਵ ਕੀ ਹੈ, ਇਸ ਜਗਤ ਦੇ ਵਿੱਚ ਅਕਾਲ ਪੁਰਖ ਦਾ ਨਾਮ ਹੀ ਸਿਰਫ ਨਵਾਂ ਹੈ, ਬਾਕੀ ਇਹ ਸਾਰਾ ਕੁਝ ਬਣਦਾ ਰਹਿੰਦਾ ਤੇ ਢਹਿੰਦਾ ਰਹਿੰਦਾ ਹੈ। ਅੱਜ ਦੇ ਸ਼ਬਦ ਵਿੱਚ ਕਬੀਰ ਗੁਰੂ ਨਾਨਕ ਸਾਹਿਬ ਉਸ ਬ੍ਰਾਹਮਣ ਨੂੰ ਸਮਝਾਉਂਦੇ ਨੇ, ਇਹ ਸਭ ਕੁਝ ਬਣਦਾ ਤੇ ਢਹਿੰਦਾ, ਬਣਦਾ ਤੇ ਢਹਿੰਦਾ ਰਹਿੰਦਾ। ਭੰਨ ਭੰਨ ਘੜੀਐ, ਘੜ ਘੜ ਭੱਜੈ। ਕਹਿੰਦੇ ਅਕਾਲ ਪੁਰਖ, ਹੇ ਪੰਡਤ ਜੀ, ਇਹ ਜਗਤ ਸਥਿਰ ਨਹੀਂ, ਇਹ ਬਣਦਾ ਰਹਿੰਦਾ ਤੇ ਟੁੱਟਦਾ ਰਹਿੰਦਾ ਹੈ, ਇੱਕੋ ਜਿਹਾ ਸਦਾ ਕਾਇਮ ਨਹੀਂ ਰਹਿੰਦਾ। ਭੰਨ ਭੰਨ ਘੜੀਐ, ਪਰਮਾਤਮਾ ਨੂੰ ਭੰਨ ਭੰਨ ਕੇ ਫਿਰ ਘੜਦਾ ਹੈ। ਘੜ ਘੜ ਭੱਜੈ, ਫਿਰ ਘੜਦਾ ਤੇ ਫਿਰ ਭੰਨ ਦਿੰਦਾ, ਯਾਨੀ ਕਿ ਬਣਾਉਂਦਾ ਤੇ ਖਤਮ ਕਰ ਦਿੰਦਾ ਹੈ। ਟਾਹੇ ਉਸਾਰੈ ਉਸਰੇ ਟਾਹੇ, ਢਾਹ ਕੇ ਫਿਰ ਉਸਾਰਦਾ ਤੇ ਉਸਾਰਿਆਂ ਨੂੰ ਫਿਰ ਢਾਹ ਦਿੰਦਾ। ਇਸ ਖੇਡ ਵਿੱਚ ਲੱਗਾ ਹੋਇਆ। ਫਿਰ ਕਹਿੰਦੇ ਸਰ ਭਰ ਸੁਖ ਹੈ
भी भर पोख है। सर दा अर्थ है सरोवर। इस जगत रूपी समुंदर नूं कदी भर दिंदा है वो। इत्थे बहुत सारे जीव पैदा कर दिंदा। सुख है फिर इनू सुका दिंदा, यानी कि सृष्टि नूं खत्म कर दिंदा। ये उहदी खेड चल रही। फिर कहंदे भी भर भुख है, फिर उन्होंने भर के फिर खाली कर दिंदा। समरथ बेपरवाह है। वो बड़ा समरथ भी है ते बेपरवाह। इस सारे कुछ तो कदी वो अकेवें विच नहीं जाता। हजूर कहंदे भरम भुलाने भए दीवाने, विण भागा क्या पाईए। पर इस जगत दे विच हुण दो तरह के लोग रहिंदे ने। अगे कहणगे एक वो ने जिहड़े इस जगत की खेड विच पैदा होए ते अकाल पुरख ने उन्हां दे अंदर एक मन रूपी शक्ति बनाई ते उन्हां ने सोच लिया भी असीं सदा वास्ते कायम रहना। भुलेखे विच पै गए, भरम विच पै गए। भरम भुलाने भए दीवाने। दीवाने दा अर्थ है कमले। उन्होंने बनाउण वाला रचन वाला भुल गया, उहदे नाम तो दूर चले गए, जिहदे करके कहंदे कमले हो गए। बिन शब्दे जग कमला फिरै। नाम तो बिना ये जगत टुट के अपने आप नूं समर्थ समझ के कमला हो जाता हंकार दे विच। हुण इस जगत का नक्शा दस दे। इत्थे दो तरह के लोग ने। एक इस जगत नूं सच समझ के पकड़ लेंदे ने ते इहदे पिछे कमले हो जाते हैं। बिन भागां क्या पाईए, क्योंकि उन्हां दे भागां दे विच उत्तमता नहीं। वो इस जगत का मुख कारज किवें करन, भाव नाम नाल किवें जुड़न, इहदे तो टुट जाते ने। पर दूजे पासे दूसरा हिस्सा कहंदे ने गुरमुख ज्ञान डोरी प्रभ पकड़ी। जिन्हां ते गुरु की रहमत हुई उन्हां ने गुरु दे ज्ञान की डोरी फड़ लई। गुरु दे ज्ञान की डोरी, वो गुरु दे दिते हुए बख्शिश किए हुए ज्ञान दे नाल जाग पै। उन्हां नूं पता लग गया इस जगत विच आउण दा साडा मनोरथ की, क्यों आया, साडा मुख कारज की। जिन्ना चिर उहदी समझ नहीं आउंदी इस जगत दे विच असीं भटकदे रहिंदे हां। पूरे सतगुरु ने सानू खबर दिती कि इस जगत दे विच तुसीं क्यों आए हो। सब तो पहला ये समझो, जिवें एक आदमी किन्ना सफ़र करके बाजार में जाता, उत्थों कुछ ना कुछ खरीदना सी, वो चेता भुल गया बाजार में जांदियां सार। साडी हालात वो है, असीं बड़ियां दुकानां वेखियां ने पर काम की चीज़ अज तक नहीं खरीदी। कई कुछ खरीदिया जिन्हें सानू रजाया ही नहीं, जिहदे नाल आपां तृप्त नहीं होए। वो सौदा है जिन्हों सतगुरु कहंदे गुरमुख सौद पूंजी नाम विसाहो। नाम का सौदा खरीदण वास्ते इत्थे आए सी। जिन्हां दे अंदर गुरु ने ज्ञान बख्शिश किया, सोझी दिती, उस डोरी नूं फड़ के गुरमुख ज्ञान डोरी प्रभ पकड़ी। जिन खिंचा तिन जाइए। ते फिर जदों कोई मनुख अपने गले दे विच गुरु दे ज्ञान की डोरी पा के अपने गुरु दे हत्थां विच दे दिंदा है, फिर पूरा गुरु उन्होंने सीधे राहां ते तोरदा है। उन्होंने समझ आ जाती जिंदगी का राज की है, आपां इस जगत विच क्यों आए, की काम है साडा। नहीं तो बस मनुख इसे रिपीटिंग विच फसिया रहिंदा है। खाना पीना सौना हसना विसर गया है मरना। खसम विसार खुआरी कीनी त्रिग जीवन नहीं रहना। बस सवेरे उठे, खा पी लिया, कम किया, गलबात की, शाम नूं सौ गए, सवेरे फिर उठ पे। इस जगत के ज्ञान के अनुसार तो जिंदगी यही लगती सिर्फ। पर जिहड़े प्रभु दे प्यारे ने उन्होंने इस जिंदगी का मनोरथ समझिया कि इस जगत दे विच जिथे आपां संसार विच रहण वास्ते गुजारे वास्ते कम करना है, ਉਹਦੇ ਨਾਲ ਅਸੀਂ ਜਾਣ ਤੋਂ ਪਹਿਲਾਂ ਸਵਾਸਾਂ ਦੇ ਨਾਲ ਨਾਮ ਦੀ ਪੂੰਜੀ ਇਕੱਠੀ ਕਰ ਲੈਣੀ ਉਹਦੀ ਯਾਦ ਦੀ। ਫਿਰ ਉਹ ਇਥੋਂ ਧਨਵਾਨ ਹੋ ਕੇ ਐਸੀ ਅਵਸਥਾ ਵਿੱਚ ਆ ਜਾਂਦੇ ਕਿ ਜਿਨੇ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਪਰੇ। ਉਹ ਲੋਕ ਜਿਨ੍ਹਾਂ ਨੇ ਆਪਣੇ ਗਲੇ ਦੇ ਅੰਦਰ डोरी पा के गुरु के हुक्म की गुरु के हत्थों में दे दी, तो जिधर सतगुरु ने कहा उधर नूं तुरे हैं।
ਹਜ਼ੂਰ ਕਹਿੰਦੇ ਹਰ ਗੁਣ ਗਾਏ ਸਦਾ ਰੰਗ ਰਾਤੇ। ਉਹ ਸਦਾ ਹੀ ਦਿਨ ਰਾਤ ਵਾਹਿਗੁਰੂ ਦੇ ਗੁਣ ਰਾਗ ਗਾ ਗਾ ਕੇ ਉਹਦੇ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਨੇ, ਉਹਦੀ ਯਾਦ ਵਿੱਚ ਟਿਕੇ ਰਹਿੰਦੇ ਹਨ। ਬਹੁੜ ਨਾ ਪਛੋਤਾਈਐ, ਤੇ ਫਿਰ ਉਹਨਾਂ ਨੂੰ ਪਛਤਾਵਾ ਨਹੀਂ ਹੁੰਦਾ, ਕਦੀ ਨਹੀਂ ਝੁਰਦੇ। ਕਿਉਂਕਿ ਜਿਹੜਾ ਮੁੱਖ ਕਾਰਜ ਝੁਰਦਾ ਆਦਮੀ ਹੋਵੇ, ਜਿਹੜਾ ਕੰਮ ਜਿਹੜਾ ਕਰਨ ਆਇਆ ਸੀ ਉਹ ਵਿੱਚੇ ਰਹਿ ਗਿਆ, ਉਹ ਝੋਰੇ ਵਿੱਚ ਜਾਏਗਾ। ਪਰ ਜਿਨ੍ਹਾਂ ਨੇ ਆਪਣਾ ਕਾਰਜ ਸੰਪੂਰਨ ਕਰ ਲਿਆ ਉਹ ਕਿਉਂ ਝੁਰਨਗੇ? ਉਹਨਾਂ ਨੂੰ ਪਛਤਾਉਣਾ ਨਹੀਂ ਪੈਂਦਾ। ਹਜ਼ੂਰ ਕਹਿੰਦੇ ਭੱਬੈ ਭਲ ਹੈ ਗੁਰਮੁਖ ਬੂਝੈ ਹੈ, ਤਾਂ ਨਿਜ ਘਰ ਵਾਸਾ ਪਾਈਐ। ਭੱਬੇ ਸ਼ਬਦ ਤੋਂ ਉਪਦੇਸ਼ ਦਿੰਦੇ ਨੇ। ਉਹ ਭਾਲੈਂ ਦਾ ਅਰਥ ਭਾਲਣਾ, ਖੋਜ ਕਰਨੀ। ਉਹ ਆਪਣੇ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੀ ਜ਼ਿੰਦਗੀ ਵਿੱਚੋਂ ਖੋਜ ਕਰਕੇ ਆਪਣੇ ਹੀ ਸਰੀਰ ਜੀਵਨ ਵਿੱਚੋਂ ਨਿਜ ਘਰ ਲੱਭ ਲੈਂਦੇ, ਜਿਹਦੇ ਵਿੱਚ ਸਦੀਵ ਟਿਕਾ ਹੁੰਦਾ, ਸਦਾ ਵਾਸਤੇ ਟਿਕਾਣਾ ਮਿਲ ਜਾਂਦਾ। ਇਹਨੂੰ ਨਿਜ ਘਰ ਕਿਹਾ ਬਾਣੀ ਵਿੱਚ, ਆਪਣਾ ਘਰ। ਆ ਜਿੰਨੇ ਘਰ ਨੇ ਇਹ ਆਰਜੀ ਤੌਰ ਤੇ ਸਾਨੂੰ ਕਹਿਣਾ ਪੈਂਦਾ ਹੈ ਸਾਡਾ ਘਰ ਹੈ। ਉਹਦਾ ਨੰਬਰ ਦਿੱਤਾ ਜਾਂਦਾ, ਫਲਾਣੀ ਗਲੀ ਵਿੱਚ, ਫਲਾਣੇ ਮਹੱਲੇ ਵਿੱਚ, ਇਸ ਥਾਂ ਤੇ ਮੇਰਾ ਘਰ ਹੈ। ਸਤਿਗੁਰੂ ਕਹਿੰਦੇ ਇਸ ਥਾਂ ਤੇ ਪਤਾ ਨਹੀਂ ਤੇਰੇ ਤੋਂ ਪਹਿਲਾਂ ਤੇਰੇ ਬਾਪ ਦਾਦੇ ਪੜਦਾਦੇ ਕਿੰਨੇ ਆਏ ਨੇ, ਇਸ ਘਰ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਰੱਖਿਆ। ਕਿੰਨੇ ਲੋਕ ਆਏ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਤੇਰੇ ਤੋਂ ਪਹਿਲਾਂ ਕਿੰਨੇ ਲੋਕ ਇਸ ਘਰ ਵਿੱਚ ਆਏ ਨੇ ਜਿੱਥੇ ਅੱਜ ਤੂੰ ਰਹਿ ਰਿਹਾ ਹੈ। ਜੇ ਤੂੰ 1000 ਸਾਲ ਪਿੱਛੇ ਨੂੰ ਜਾਏ ਤੇ ਇਸ ਘਰ ਦੇ ਵਿੱਚ ਕਿੰਨੀਆਂ ਪੀੜ੍ਹੀਆਂ ਲੰਘ ਗਈਆਂ, ਪਰ ਉਹਨਾਂ ਵਿੱਚੋਂ ਅੱਜ ਇੱਥੇ ਕੋਈ ਵੀ ਨਹੀਂ। ਕੀ ਹੋਇਆ? ਉਹਨਾਂ ਦੀ ਛੋਟੀ ਮੋਟੀ ਫੋਟੋ ਉਹ ਵੀ ਦੂਜੀ ਤੀਜੀ ਪੀੜ੍ਹੀ ਦੀ ਲੱਭਦੀ, ਉਸ ਤੋਂ ਪਹਿਲਾਂ ਤੇ ਪਤਾ ਹੀ ਨਹੀਂ ਕੌਣ ਸਨ ਕੌਣ ਨਹੀਂ। ਕਦੀ ਸੋਚੋ ਅੱਜ ਤੋਂ ਆ ਜਿਹੜੇ ਗੁਰਮੁਖ ਪਿਆਰੇ ਨੇ, ਚਲੋ ਜਿਵੇਂ ਅੱਜ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਦੀ ਯਾਦ ਵਿੱਚ ਸਮਾਗਮ ਹੋਇਆ, ਉਹਨਾਂ ਬਾਰੇ ਤੇ ਅਸੀਂ ਕਹਿ ਸਕਦੇ ਹਾਂ ਵੀ ਬਾਬਾ ਬਿਧੀ ਚੰਦ ਜੀ ਉਹਨਾਂ ਤੋਂ 11ਵੇਂ ਥਾਂ ਤੇ ਸਨ। ਪਰ ਮੈਂ ਅੱਜ ਸੋਚ ਰਿਹਾ ਸੀ, ਜੇ ਕੋਈ ਕਵੇ ਵੀ ਬਾਬਾ ਬਿਧੀ ਚੰਦ ਜੀ ਤੋਂ ਪਹਿਲਾਂ 4-5 ਕੁਲਾਂ ਲੱਭੋ ਕੋਈ, ਉਹ ਨਹੀਂ ਲੱਭਣਗੇ। ਉਹ ਵੀ ਤਾਂ ਆ ਗਏ ਕਾਊਂਟਿੰਗ ਵਿੱਚ, ਗਿਣਤੀ ਦੇ ਵਿੱਚ, ਜਦੋਂ ਗੁਰੂ ਚਰਨਾਂ ਵਿੱਚ ਆਏ। ਨਹੀਂ ਤਾਂ ਇਸ ਜਗਤ ਵਿੱਚ ਪਤਾ ਨਹੀਂ ਸਾਡੇ ਪੂਰਵਜ ਕਿੰਨੇ ਆਏ ਨੇ, ਸਾਨੂੰ ਪਤਾ ਹੀ ਨਹੀਂ ਸਾਡੀ 5ਵੀਂ 6ਵੀਂ ਪੀੜ੍ਹੀ ਕਿਹੜੀ ਸੀ। ਜਿਹੜੇ ਗੁਰੂ ਨਾਲ ਜੁੜੇ ਉਹਨਾਂ ਦਾ ਫਿਰ ਵੀ ਇੱਥੇ ਨਾਂ ਤੇ ਰਹਿੰਦਾ। ਇਸ ਕਰਕੇ ਇਸ ਜਗਤ ਦੇ ਵਿੱਚ ਜਿਹੜਾ ਨਿਜ ਘਰ ਹੈ ਨਾ, ਆਪਣਾ ਨਿੱਜੀ ਘਰ, ਇਸ ਘਰ ਵਿੱਚ ਤੇ ਕਈ ਆਏ ਤੇ ਕਈ ਗਏ। ਗੁਰਮੁਖ ਨਾਮ ਦੁਆਰਾ ਉਸ ਘਰ ਨੂੰ ਲੱਭ ਲੈਂਦੇ ਨੇ ਤੇ ਸਦਾ ਅਮਰ ਹੋ ਜਾਂਦੇ, ਉਸ ਥਾਂ ਤੇ ਸਦੀਵ ਰਹਿੰਦੇ, ਉਸ ਨਿਜ ਘਰ ਗੁਰੂ ਕੇ ਸ਼ਬਦ ਵਿੱਚ ਟਿਕਾ ਕਰ ਲੈਂਦੇ ਨੇ। ਪਰ ਆਮ ਤੌਰ ਤੇ ਜਿਹੜੇ ਜਗਤ ਵਿੱਚ ਆਪਾਂ ਸੰਸਾਰੀ ਮਾਇਆ ਦੀ ਖਿੱਚ ਵਿੱਚ ਰਹਿੰਦੇ ਹਾਂ, ਉਹਨਾਂ ਬਾਰੇ ਹਜ਼ੂਰ ਕਹਿੰਦੇ ਭੱਬੈ ਭਉਜਲ ਮਾਰਗ ਵਿਖੜਾ। ਇਸ ਜਗਤ ਨੂੰ ਛੱਡਣ ਦਾ ਮਾਰਗ ਵਿਖੜਾ ਦਾ ਅਰਥ ਕਠਿਨ ਹੈ, ਔਖਾ ਹੈ। ਇਹਨੂੰ ਕਿਵੇਂ ਪਾਰ ਕਰੀਦਾ? ਕਹਿੰਦੇ ਆਸ ਨਿਰਾਸ਼ਾ ਤਰੀਐ। ਇਹ ਔਖਾ ਤਾਂ ਹੈ ਕਿ ਇਸ ਜਗਤ ਵਿੱਚ ਦੇ ਵੱਲੋਂ ਸਾਨੂੰ ਨਿਰਾਸ਼ ਹੋਣਾ ਪੈਂਦਾ ਹੈ। ਆਸ ਰਹਿਤ ਚੀਜ਼ਾਂ ਦੇ ਵਿੱਚ ਰਹਿੰਦਿਆਂ ਚੀਜ਼ਾਂ ਦੇ ਪ੍ਰਭਾਵ ਤੋਂ ਨਿਊਟਰਲ ਹੋਣਾ ਪੈਂਦਾ, ਜਿਹਨੂੰ ਮੁਕਤ ਕਿਹਾ ਗਿਆ ਬਾਣੀ ਵਿੱਚ, ਮੋਖ ਕਿਹਾ ਗਿਆ। ਜਗਤ ਦੇ ਵਿੱਚ ਰਹਿਣਾ, ਪਦਾਰਥ ਦੇ ਵਿੱਚ ਰਹਿਣਾ ਤੇ ਪਦਾਰਥ ਤੋਂ ਦੇ ਪ੍ਰਭਾਵ ਥੱਲੇ ਨਾ ਆਉਣਾ, ਕਿੰਨਾ ਔਖਾ ਕਾਰਜ। ਇਸ ਤਰ੍ਹਾਂ ਉਹ ਲੋਕ ਆਸ ਵਿੱਚ ਨਿਰਾਸ਼ ਰਹਿੰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਫਿਰ ਕਹਿੰਦੇ ਗੁਰ ਪ੍ਰਸਾਦੀ ਆਪੋ ਚੀਨੈ, ਜੀਵਤਿਆਂ ਇਵ ਮਰੀਐ। ਸਤਿਗੁਰੂ ਨੇ ਪਿੱਛੇ ਇੱਕ ਸ਼ਬਦ ਵਰਤਿਆ, ਗੁਰ ਪ੍ਰਸਾਦੀ। ਇਹ ਜਿੰਨਾ ਕਾਰਜ ਹੈ ਨਾ ਜਗਤ ਦੇ ਵਿੱਚ ਰਹਿ ਕੇ ਜਗਤ ਤੋਂ ਅਲੱਗ ਰਹਿਣਾ, ਇਹ ਗੁਰ ਪ੍ਰਸਾਦੀ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਵਿੱਚ ਆਵੇ ਤੇ ਉਸ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਸਾਨੂੰ ਇਹ ਜਾਚ ਆਉਂਦੀ ਹੈ ਕਿ ਇੱਥੇ ਜਗਤ ਦੇ ਵਿੱਚ ਰਹਿੰਦੇ ਇਸ ਜਗਤ ਤੋਂ ਉੱਚੇ ਕਿਵੇਂ ਉੱਠਣਾ ਹੈ, ਵੱਖਰੇ ਕਿਵੇਂ ਰਹਿਣਾ। ਨਹੀਂ ਤਾਂ ਸਿੱਧਾ ਆਪਣੇ ਇਸ ਦਿਮਾਗ ਕੱਲੇ ਦੀ ਖੋਜ ਦੁਆਰਾ ਇਸ ਤਰ੍ਹਾਂ ਨਹੀਂ ਹੋ ਜਾਂਦਾ। ਕਈ ਵਾਰੀ ਆਪਾਂ ਕਹਿੰਦੇ ਹਾਂ, ਜਦੋਂ ਗੁਰਬਾਣੀ ਵਿੱਚ ਕਿਹਾ ਜਾਂਦਾ ਵੀ ਮਨ ਭੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਉਦੋਂ ਕਈ ਸੱਜਣ ਕਹਿੰਦੇ ਵੀ ਜੇ ਮਨ ਹੀ ਛੱਡ ਦਿੱਤਾ, ਸੋਚ ਵਿਚਾਰ ਹੀ ਛੱਡ ਦਿੱਤੀ, ਤੇ ਆਪਾਂ ਫਿਰ ਗਿਆਨ ਸਾਨੂੰ ਕਿੱਥੋਂ ਮਿਲੇਗਾ?
सानू समझ नहीं आई। सतगुरु सच्चे पातशाह जी कहते भी तू अपना मन तेरा बिल्कुल छोटा है, ਉਹਦੇ ਨਾਲ ਤੈਨੂੰ ਜ਼ਿੰਦਗੀ ਦੀ ਸਮਝ नहीं आनी। ਉਹ मन तू ਮੈਨੂੰ ਦੇ ਦੇ, मैं ਤੈਨੂੰ अपना मन ਦਿਆਂਗਾ, मैं ਤੈਨੂੰ ਵੱਡਾ मन ਦਿਆਂਗਾ, ਵੱਡਾ ਗਿਆਨ ਦਿਆਂਗਾ, ਉਹਦੇ ਨਾਲ ਤੈਨੂੰ ਸਮਝ ਆਵੇਗੀ। ਉਹਨੂੰ ਕਹਿੰਦੇ ਗੁਰ ਪ੍ਰਸਾਦੀ। ਗੁਰੂ ਦੀ ਕਿਰਪਾ ਦੁਆਰਾ ਆਪੋ ਚੀਨੈ, ਆਪਣੇ ਆਪ ਨੂੰ ਮਨੁੱਖ ਵੇਖ ਲਵੇ। ਜੀਵਤਿਆਂ ਇਵ ਮਰੀਐ, ਉਹਨਾਂ ਲੋਕਾਂ ਦੇ ਫਿਰ ਇਸ ਜਗਤ ਵਿੱਚ ਕਾਰਜ ਰਾਸ ਹੁੰਦੇ ਨੇ। ਆਓ ਇਹ ਸ਼ਬਦ ਪੜ੍ਹੀਏ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ। मन बेचै सतगुर कै पास, मन बेचै सतगुर कै पास, मन बेचै सतगुर के पास, मन बेचै सतगुर के पास, मन बेचै सतगुर कै 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 पास। तिस सेवक के कारज रास, 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 तिस सेवक के कारज रास। सेवा करत होए नेह कामी, सेवा करत होए नेह कामी, सेवा करत होए नेह कामी, सेवा करत होए नेह कामी। तिसको होत प्राप्त स्वामी, तिसको होत प्राप्त स्वामी, तिसको होत प्राप्त स्वामी, तिसको